ਆਓ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਸੁਖਮਨੀ ਸਾਹਿਬ ਜੀ ਦੀ ਆਪਣੀ ਲੜੀਵਾਰ ਚੱਲ ਰਹੀ ਹੈ ਵਿਚਾਰ। ਅੱਗੇ ਆਰੰਭ ਕਰੀਏ। ਅੱਜ ਆਪਾਂ 20ਵੀਂ ਅਸ਼ਟਪਦੀ ਦੀ ਵਿਚਾਰ ਆਰੰਭ ਕਰਨ ਦਾ ਉਦਮ ਉਪਰਾਲਾ ਕਰ ਰਹੇ ਹਾਂ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਪਹਿਲਾਂ ਇੱਕ ਸ਼ਲੋਕ ਦੇ ਰਾਹੀਂ ਸਾਨੂੰ ਸਮਝਾ ਰਹੇ ਹਨ ਕਿ ਜੋ ਆਪਾਂ ਨੂੰ ਮਾਨਸ ਦਾ ਜਾਮਾ ਮਿਲਿਆ ਬੜੇ ਲੰਬੇ ਸਮੇਂ ਤੋਂ ਬਾਅਦ 84 ਲੱਖ ਜੂਨ ਦੱਸਿਆ ਗੁਰਬਾਣੀ ਦੇ ਅੰਦਰ। ਕਈ ਯੁੱਗਾਂ ਤੋਂ ਬਾਅਦ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇਹ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਤਾਂ ਪਾਤਸ਼ਾਹ ਆਪਣੇ ਤੇ ਕਿਰਪਾ ਕਰ ਰਹੇ ਹਨ ਕਿ ਭਾਈ ਤੁਹਾਨੂੰ ਹੁਣ ਮਾਲਿਕ ਨੇ ਅਕਲ ਦੀ ਕਲਾ ਦਿੱਤੀ ਹੈ। ਇਸ ਅਕਲ ਦੀ ਕਲਾ ਦੇ ਨਾਲ ਗੁਰੂ ਦੀ ਮੱਤ ਨੂੰ ਲੈ ਕੇ ਆਪਣੇ ਜੀਵਨ ਦਾ ਮਨੋਰਥ ਉਹਦੀ ਪੂਰਤੀ ਕਰਨ ਦਾ ਉਦਮ ਉਪਰਾਲਾ ਕਰੋ ਤੇ ਅਕਾਲ ਪੁਰਖ ਨਿਰੰਕਾਰ ਸਤਿਗੁਰੂ ਪਾਤਸ਼ਾਹ ਅੱਗੇ ਬੇਨਤੀ ਜੋਦੜੀ ਕਰਿਆ ਕਰੋ। ਗੁਰੂ ਦੇ ਸਨਮੁਖ ਆ ਕੇ ਅਰਦਾਸ ਬੇਨਤੀ ਕਰਿਆ ਕਰੋ। ਕੀ ਪਾਤਸ਼ਾਹ ਸਮਝਾ ਰਹੇ ਹਨ? ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਜਦੋਂ ਆਪਾਂ ਪਾਤਸ਼ਾਹ ਦੀ ਬਾਣੀ ਨੂੰ ਧਿਆਨ ਨਾਲ ਪੜ੍ਹਦੇ ਹਾਂ, ਇੱਕ ਤਾਂ ਆਪਣੇ ਇਸ ਜੀਵਨ ਦੀ ਕਹਾਣੀ ਆ, ਕਿਉਂਕਿ ਇਨਸਾਨ ਸੁੱਖ ਦੀ ਪ੍ਰਾਪਤੀ ਵਾਸਤੇ ਬਹੁਤ ਸਾਰੇ ਯਤਨ ਕਰ ਰਹੇ ਆ। ਕੋਈ ਸੰਸਾਰ ਦੇ ਕਰਮ ਨਾਲ ਜੁੜਿਆ ਹੋਇਆ, ਕੋਈ ਆਪਣੇ ਪਰਿਵਾਰਾਂ ਤੋਂ ਸੁੱਖ ਭਾਲਦਾ, ਕੋਈ ਦੁਨੀਆ ਦੇ ਪੈਸੇ ਨਾਲ ਸੁੱਖ ਪ੍ਰਾਪਤੀ ਦੀ ਇੱਛਾ ਰੱਖਦਾ। ਆਪੋ ਆਪਣੀ ਇੱਛਾ ਅਨੁਸਾਰ ਜੀਵ ਯਤਨ ਕਰ ਰਹੇ ਆ। ਪਰ ਬਹੁਤ ਸਾਰੇ ਜੀਵ ਫਿਰ ਇਦੋਂ ਅੱਗੇ ਧਰਮ ਦੇ ਰਸਤੇ ਚੱਲਦੇ ਆ ਕਿ ਧਰਮ ਦੀ ਸਿੱਖਿਆ ਲੈ ਕੇ ਅਸੀਂ ਆਪਣੇ ਜੀਵਨ ਦੇ ਅੰਦਰ ਸਦੀਵੀ ਸੁੱਖ ਦੀ ਪ੍ਰਾਪਤੀ ਕਰੀਏ। ਉਹ ਵੀ ਕਈ ਵਾਰ ਜੇ ਤੱਤ ਦਾ ਸਾਡੇ ਕੋਲੇ ਗਿਆਨ ਨਹੀਂ, ਧਰਮ ਦੇ ਰਸਤੇ ਚੱਲਦੇ ਹੋਏ ਵੀ ਇਨਸਾਨ ਕਈ ਵਾਰ ਉਸ ਸਦੀਵੀ ਸੁੱਖ ਦਾ ਔਰ ਆਨੰਦ ਦੀ ਪ੍ਰਾਪਤੀ ਨਹੀਂ ਕਰ ਸਕਦੇ। ਤਾਂ ਸਤਿਗੁਰੂ ਪਾਤਸ਼ਾਹ ਫਿਰ ਸਾਨੂੰ ਸਮਝਾ ਰਹੇ ਆ ਕਿ ਜਿੰਨਾ ਚਿਰ ਸਾਡਾ ਜਿਹੜਾ ਮਨ ਹੈ ਉਹ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ 'ਚ ਨਹੀਂ ਜਾਣਾ ਸਕਦਾ, ਉਹ ਗੁਰੂ ਦੀ ਸ਼ਰਨ ਦੇ ਅੰਦਰ ਆ ਕੇ ਭੇਦ ਨਹੀਂ ਲੈਂਦਾ ਕਿ ਕਿਵੇਂ ਮੈਂ ਆਪਣੀ ਜਿਹੜੀ ਹਉਮੈ ਆ, ਹੰਕਾਰ, ਆਪਣੀ ਸਿਆਣਪ, ਉਹਨੂੰ ਛੱਡ ਕੇ ਅਰਦਾਸ ਹਿਰਦੇ ਦੇ ਅੰਦਰੋਂ ਕਰਾਂ ਕਿ ਪਾਤਸ਼ਾਹ ਦੀ ਮੇਰੇ ਤੇ ਕਿਰਪਾ ਹੋਵੇ। ਫਿਰ ਪਾਤਸ਼ਾਹ ਸਮਝਾ ਰਹੇ ਆ, ਜਦੋਂ ਫਿਰ ਹੰਭ ਜਾਂਦਾ ਜੀਵ ਆਪਣੀ ਮੱਤ ਦੁਆਰਾ, ਉਹਦੇ ਫਿਰ ਕੋਈ ਪੂਰਬਲੇ ਚੰਗੇ ਕਰਮ ਹੋਣ, ਉਹਨੂੰ ਸੰਗਤ ਦੀ ਪ੍ਰਾਪਤੀ ਹੁੰਦੀ। ਸੰਗਤ ਰੂਪੀ ਸਕੂਲ ਦੇ ਅੰਦਰ ਆ ਕੇ ਫਿਰ ਉਹ ਸਿੱਖਦਾ ਕਿ ਮੈਂ ਗੁਰੂ ਕੋਲੇ ਜਾ ਕੇ ਮੰਗ ਕੀ ਕਰਨੀ ਹੈ। ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਕਿ ਇਹ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ। ਹੰਭ ਗਏ ਹਾਂ ਅਸੀਂ ਇਸ ਜਨਮ ਦੇ ਅੰਦਰ ਵੀ, ਇਦੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਜਨਮ ਧਾਰਨ ਕਰ ਚੁੱਕੇ ਹਾਂ। ਪਤਾ ਨਹੀਂ ਕਿੰਨੇ ਕੁ ਲੰਬੇ ਸਮੇਂ ਤੋਂ ਤੇਰੇ ਨਾਲ ਵਿਛੋੜਾ ਪਿਆ ਹੋਇਆ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਬ੍ਰਿਖ ਜੋਇਓ। ਹੁਣ ਤੋਂ ਸਾਡੇ ਤੇ ਕਿਰਪਾ ਕੀਤੀ, ਲੰਬੇ ਸਮੇਂ ਤੋਂ ਬਾਅਦ ਸਾਨੂੰ ਇਹ ਮਾਨਸ ਦਾ ਜਾਮਾ ਬਖਸ਼ਿਸ਼ ਕੀਤਾ
ਅਕਲ ਦੀ ਕਲਾ ਦਿੱਤੀ ਆ। ਹੁਣ ਸਾਡੇ ਤੇ ਇੱਕ ਕਿਰਪਾ ਹੋਰ ਕਰ ਦਿਓ, ਸਾਨੂੰ ਆਪਣੀ ਭਗਤੀ ਦਾ ਜਿਹੜਾ ਬਖਸ਼ਿਸ਼ ਆ ਉਹ ਸਾਡੇ ਤੇ ਕਰੋ, ਕਿਉਂਕਿ ਤੇਰੀ ਰਹਿਮਤ ਤੋਂ ਬਿਨਾਂ ਤਾਂ ਇਨਸਾਨ ਇਸ ਕਾਰਜ ਨੂੰ ਨਹੀਂ ਕਰ ਸਕਦਾ। ਕਿਉਂਕਿ ਹਰ ਸਿਮਰਨ ਮੈਂ ਆਪ ਨਿਰੰਕਾਰ, ਬੜਾ ਮਾਇਆ ਦਾ ਪ੍ਰਭਾਵ ਆ, ਬਰੀਕੀ ਜਾਲ ਪਿਆ ਹੋਇਆ, ਜਿਹਦੇ ਚੋਂ ਇਨਸਾਨ ਬਿਨਾਂ ਅਰਦਾਸ ਬੇਨਤੀ ਤੋਂ ਉਸ ਪ੍ਰਮਾਤਮਾ ਦੀ ਕਿਰਪਾ ਤੋਂ ਬਗੈਰ ਆਪਣੇ ਜੀਵਨ ਦੇ ਮਨੋਰਥ ਨੂੰ ਵੀ ਨਹੀਂ ਸਮਝ ਸਕਦਾ। ਅੱਜ ਬਹੁਤ ਸਾਰੇ ਜੀਵ ਵਿਚਾਰੇ ਐਸੇ ਆ ਜਿਹੜੇ ਧਰਮ ਦੇ ਕਰਮ ਵੀ ਬਹੁਤ ਕਰਦੇ ਆ, ਪਰ ਉਹਨਾਂ ਨੂੰ ਕਈ ਵਾਰ ਇਹ ਭੇਦ ਨਹੀਂ ਲੱਗਦਾ ਕਿ ਅਸੀਂ ਧਰਮ ਦੇ ਕਰਮ ਕਰਕੇ ਪ੍ਰਾਪਤ ਕੀ ਕਰਨਾ। ਉਹ ਵਿਚਾਰੇ ਧਰਮ ਦੇ ਕਰਮ ਕਰਦੇ ਹੋਏ ਵੀ ਸਿਰਫ ਆ ਨਾਸ਼ਵੰਤ ਜੋ ਸੰਸਾਰ ਹੈ ਇਹਦੀਆਂ ਮੰਗਾਂ ਤੱਕ ਸੀਮਤ ਰਹਿ ਜਾਂਦੇ ਹੈ। ਤੇ ਜਦੋਂ ਫਿਰ ਪਾਤਸ਼ਾਹ ਦੀ ਬਾਣੀ ਦਾ ਗਿਆਨ ਆਪਾਂ ਨੂੰ ਮਿਲਦਾ, ਆਪਾਂ ਇਹ ਸਮਝ ਲੈਂਦੇ ਹਾਂ ਕਿ ਇਹ ਵੀ ਗੱਲਾਂ ਠੀਕ ਨੇ, ਸੰਸਾਰ ਦੇ ਅੰਦਰ ਸਾਨੂੰ ਚਾਹੀਦੀਆਂ, ਪਰ ਸਾਰਿਆਂ ਤੋਂ ਉੱਤਮ ਵਸਤੂ ਕੀ ਹੈ? ਉਹ ਹੈ ਪਰਮੇਸ਼ਰ ਦਾ ਨਾਮ, ਵੱਡਾ ਸਾਹਿਬ, ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਜੇ ਸਾਡੇ ਮਨ ਨੂੰ ਕੋਈ ਸਦੀਵੀ ਸੁੱਖ ਦੇਣ ਵਾਲੀ ਵਸਤੂ ਹੈ, ਉਹ ਹੈ ਪਰਮਾਤਮਾ ਦਾ ਭਜਨ, ਪਰਮੇਸ਼ਰ ਦੀ ਬੰਦਗੀ, ਉਹਦੀ ਭਗਤੀ। ਉਹ ਫਿਰ ਸੰਗਤ ਰੂਪੀ ਸਕੂਲ ਦੇ ਅੰਦਰੋਂ ਜਦੋਂ ਸਾਨੂੰ ਸਿੱਖਿਆ ਮਿਲਦੀ, ਕਿਉਂਕਿ ਸਤ ਸੰਗਤ ਸਤਿਗੁਰ ਚਾਟਸਾਲ ਹੈ, ਜਿਤ ਹਰ ਗੁਣ ਸਿੱਖਾ। ਜਿੱਥੇ ਅਸੀਂ ਹਰੀ ਦੇ ਗੁਣਾਂ ਨੂੰ ਸਿੱਖਣਾ ਹੁੰਦਾ ਤਾਂ ਪਾਤਸ਼ਾਹ ਫਿਰ ਸਾਨੂੰ ਸਮਝਾਉਂਦੇ ਕਿ ਬੇਨਤੀ ਆਪਾਂ ਕਰਨੀ ਹੁੰਦੀ ਹੈ ਕਿ ਇਹ ਪ੍ਰਮਾਤਮਾ, ਇਹ ਸਤਿਗੁਰੂ ਪਾਤਸ਼ਾਹ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਅੱਗੇ ਹੁਣ ਅਸ਼ਟਪਦੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਆ ਕਿ ਅਸੀਂ ਫਿਰ ਮੰਗਣਾ ਕੀ ਹੈ। ਪਾਤਸ਼ਾਹ ਕਹਿੰਦੇ, ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ। ਐ ਮੇਰੇ ਮਾਲਕ, ਐ ਮੇਰੇ ਪਾਤਸ਼ਾਹ, ਅਸੀਂ ਸਾਰੇ ਤੇਰੇ ਦਰ ਦੇ ਮੰਗਤੇ ਹਾਂ। ਤੂੰ ਪ੍ਰਭੂ ਹੈ, ਦਾਤਾ ਹੈ, ਕਿਰਪਾ ਕਰੋ। ਜਾਚਕ ਜਨ ਜਾਚੈ ਪ੍ਰਭ ਦਾਨ, ਸਾਨੂੰ ਇੱਕ ਦਾਨ ਦੇ ਰੂਪ ਦੇ ਅੰਦਰ ਇੱਕ ਵਸਤੂ ਦੇਣੀ ਕਰੋ ਕਿ ਕਰ ਕਿਰਪਾ ਦੇਵੋ ਹਰ ਨਾਮ, ਕਿ ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ੋ। ਕਿਉਂਕਿ ਬਿਨਾਂ ਪਰਮੇਸ਼ਰ ਦੇ ਨਾਮ ਤੋਂ ਸਾਰਾ ਕੁਝ ਨਾਸਵੰਤ ਹੈ। ਪਾਤਸ਼ਾਹ ਗੁਰਬਾਣੀ ਅੰਦਰ ਇੱਕ ਜਗ੍ਹਾ ਹੋਰ ਸਾਨੂੰ ਸਾਵਧਾਨ ਕਰ ਰਹੇ ਆ ਕਿ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਕਿ ਇਹ ਪਰਮੇਸ਼ਰ ਤੂੰ ਦਾਤਾਂ ਦੇਣ ਵਾਲਾ ਦਾਤਾ ਹੈ। ਤੇਰੇ ਅੰਦਰ ਕੋਈ ਵੀ ਐਸਾ ਸਮਾਂ ਨਹੀਂ ਜਿਹੜਾ ਤੂੰ ਜੀਵਾਂ ਨੂੰ ਦਾਤਾ ਨਹੀਂ ਦਿੰਦਾ, ਖੁੰਝਦਾ ਨਹੀਂ। ਸਾਰਿਆਂ ਤੋਂ ਵੱਡੀ ਦਾਤ ਹੈ, ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਅਸੀਂ ਸਾਰੇ ਜੀਵ ਤੇਰੇ ਦਰ ਦੇ ਮੰਗਤੇ ਹਾਂ, ਸਾਰੇ ਮੰਗਤੇ। ਹੁਣ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ। ਜਦੋਂ ਮੈਂ ਸੰਸਾਰ ਦੇ ਵੱਲ ਝਾਤੀ ਮਾਰ ਕੇ ਵੇਖਦਾ, ਕੀ ਵਸਤੂ ਮੰਗਾ? ਇੱਥੇ ਕੋਈ ਥਿਰ ਰਹਿਣ ਵਾਲੀ ਵਸਤੂ ਹੀ ਨਹੀਂ ਹੈ, ਸਾਰਾ ਕੁਝ ਨਾਸ਼ਵੰਤ। ਤੇ ਕੀ ਫਿਰ ਸਾਨੂੰ ਮਿਲੇ? ਅਖੀਰ ਪਾਤਸ਼ਾਹ ਨੇ ਸਾਨੂੰ ਤੱਤ ਕੱਢ ਕੇ ਸਮਝਾਇਆ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਸਾਨੂੰ ਆਪਣੇ ਨਾਮ ਦੀ ਬਖਸ਼ਿਸ਼ ਕਰੋ, ਕਿਉਂਕਿ ਪਾਤਸ਼ਾਹ ਨੇ ਸਾਨੂੰ ਗਿਆਨ ਦਿੱਤਾ, ਨਾਮ ਰਹਿਓ
ਸਾਧੂ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮਹਿ ਕਿਨ ਜਪਿਓ ਗੁਰਮੰਤ। ਇੱਥੇ ਵੀ ਹੁਣ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ, ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵਹੁ ਹਰ ਨਾਮ। ਅੱਗੇ ਪਾਤਸ਼ਾਹ ਕੀ ਸਮਝਾ ਰਹੇ ਆ, ਕਹਿੰਦੇ ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ। ਇੱਕ ਪਾਤਸ਼ਾਹ ਇਹ ਕਿਰਪਾ ਕਰ ਦਿਓ, ਜਿੱਥੇ ਅਸੀਂ ਤੁਹਾਤੋਂ ਮਾਲਕ ਦੇ ਨਾਮ ਦੀ ਦਾਤ ਮੰਗਦੇ ਹਾਂ, ਸਾਨੂੰ ਆਪਦੇ ਪਿਆਰਿਆਂ ਸੰਤਾਂ ਦੀ, ਸਾਧੂਆਂ ਦੀ, ਭਗਤਾਂ ਦੀ, ਗੁਰਮੁਖਾਂ ਦੀ ਚਰਨ ਧੂੜੀ ਬਖਸ਼ੋ। ਸਾਧ ਜਨਾ ਕੀ ਮੰਗੋ ਧੂੜ, ਉਹਨਾਂ ਦੀ ਜਿਹੜੀ ਬਚਨਾਂ ਰੂਪੀ ਧੂੜੀ ਹੈ, ਉਹ ਸਾਡੇ ਮਨ ਦੇ ਉੱਪਰ ਜਦੋਂ ਪੈਂਦੀ ਹੈ, ਸਾਡੇ ਮਨ ਨੂੰ ਫਿਰ ਗਿਆਨ ਵੀ ਮਿਲਦਾ ਤੇ ਸ਼ਾਂਤੀ ਵੀ ਮਿਲਦੀ ਹੈ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਨੇ ਆਪਾਂ ਨੂੰ ਗੁਰਬਾਣੀ ਦੇ ਅੰਦਰ ਸਮਝਾਇਆ, ਕਿਉਂਕਿ ਬਿਨਾਂ ਸਾਧੂ ਜਨਾਂ ਦੀ ਸੰਗਤ ਤੋਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਆਪਣੇ ਜੀਵਨ ਦਾ ਮਨੋਰਥ ਕੀ ਲੈ ਕੇ ਸੰਸਾਰ ਦੇ ਅੰਦਰ ਆਏ ਹਾਂ। ਨਹੀਂ ਤਾਂ ਇਨਸਾਨ ਬਸ ਇੱਥੇ ਤੱਕ ਸੀਮਿਤ ਹੋ ਜਾਂਦਾ ਹੈ ਕਿ ਅਸੀਂ ਸੰਸਾਰ 'ਚ ਆ ਗਏ, ਸਾਡਾ ਪਾਲਣ ਪੋਸ਼ਣ ਅੱਛਾ ਹੋ ਗਿਆ, ਅਸੀਂ ਚੰਗੀ ਪੜ੍ਹਾਈ ਕਰ ਲਈ, ਸ਼ਾਦੀ ਹੋ ਗਈ, ਬੱਚੇ ਹੋ ਗਏ, ਉਹਨਾਂ ਦੇ ਜੀਵਨ ਸੈੱਟ ਕਰਤੇ, ਇੱਥੇ ਤੱਕ ਜੀਵ ਸੀਮਿਤ ਰਹਿ ਜਾਂਦਾ। ਜਦੋਂ ਫਿਰ ਅਸੀਂ ਮਹਾਤਮਾ ਲੋਕਾਂ ਦੀ, ਸਾਧੂ ਜਨਾਂ ਦੀ ਸੰਗਤ ਕਰਦੇ, ਉਹ ਫਿਰ ਸਾਨੂੰ ਸਮਝਾਉਂਦੇ ਕਿ ਭਾਈ ਇੱਕ ਜੀਵਨ ਦਾ ਤੁਹਾਡੇ ਦਾ ਹੋਰ ਵੀ ਮਨੋਰਥ ਹੈ, ਉਹ ਹੈ ਪਰਮੇਸ਼ਰ ਦੀ ਬੰਦਗੀ ਕਰਕੇ ਉਸ ਮਾਲਕ ਦੇ ਨਾਲ ਮਿਲਾਪ ਕਰਨਾ। ਜੇ ਇਸ ਕਾਰਜ ਤੋਂ ਤੁਸੀਂ ਖੁੰਝ ਜਾਂਦੇ ਹੋ ਤਾਂ ਜਿੰਨੇ ਮਰਜ਼ੀ ਸੰਸਾਰ ਦੇ ਕਾਰਜ ਤੁਹਾਡੇ ਪੂਰੇ ਹੋ ਜਾਣ, ਤੁਸੀਂ ਆਪਣੇ ਜੀਵਨ ਦੀ ਬਾਜੀ ਹਾਰ ਜਾਓਗੇ। ਇਹ ਵੀ ਸਾਨੂੰ ਸਮਝਾਉਂਦੇ ਕਿ ਜਿਨੀ ਨਾਮ ਵਸਾਰਿਆ, ਕਿਆ ਜਪ ਜਾਪੈ ਹੋਰ, ਬਿਸ਼ਟਾ ਅੰਦਰ ਕੀਟ ਜਿਉ ਮੁੱਠੀ ਧੰਦਾ ਚੋਰ। ਕਿ ਜਿਹੜੇ ਇਨਸਾਨ ਨੇ ਪਰਮੇਸ਼ਰ ਦੇ ਨਾਮ ਨੂੰ ਤਾਂ ਭੁਲਾਤਾ, ਸਿਰਫ ਆ ਸੰਸਾਰ ਦੇ ਪਦਾਰਥਾਂ ਦਾ ਧਿਆਨ ਰੱਖਦਾ, ਇਹਨਾਂ ਦੇ ਅੰਦਰ ਹੀ ਮਸਤ ਜਾਂ ਇਹਨਾਂ ਦੀ ਪ੍ਰਾਪਤੀ ਵਾਸਤੇ ਕਿਸੇ ਹੋਰ ਨੂੰ ਜਪੀ ਜਾਂਦਾ। ਮਹਾਰਾਜ ਨੇ ਪਤਾ ਕੀ ਸਾਵਧਾਨ ਕੀਤਾ, ਕਹਿੰਦੇ ਜਿਨੀ ਨਾਮ ਵਸਾਰਿਆ, ਕਿਆ ਜਪ ਜਾਪੈ ਹੋਰ। ਬੜਾ ਮਹਾਰਾਜ ਨੇ ਸਖਤ ਸ਼ਬਦਾਂ ਦੀ ਵਰਤੋਂ ਕੀਤੀ, ਕਹਿੰਦੇ ਬਿਸ਼ਟਾ ਅੰਦਰ ਕੀਟ ਜਿਉ ਮੁੱਠੀ ਧੰਦਾ ਚੋਰ। ਜਿਵੇਂ ਗੰਦਗੀ ਦੇ ਅੰਦਰ ਕੀੜੇ ਰਹਿਣ ਵਾਲੇ ਆ, ਐਸੀ ਤੁਲਨਾ ਕਰ ਦਿੱਤੀ ਜਿਹੜੇ ਇਨਸਾਨ ਪਰਮੇਸ਼ਰ ਦੇ ਨਾਮ ਨੂੰ ਭੁੱਲੇ ਬੈਠੇ ਆ। ਮੁੱਠੀ ਧੰਦਾ ਚੋਰ, ਜਿਨ੍ਹਾਂ ਦਾ ਹਰ ਸਮੇਂ ਜੀਵਨ ਚੋਰਾਂ ਵਰਗਾ। ਤੇ ਸਤਿਗੁਰੂ ਪਾਤਸ਼ਾਹ ਦੇ ਜਦੋਂ ਪਾਵਨ ਬਚਨ ਆਪਾਂ ਪੜ੍ਹਦੇ, ਫੇਰ ਸਾਨੂੰ ਸੋਝੀ ਆਉਂਦੀ ਸੰਗਤ ਦੇ ਅੰਦਰ ਆ ਕੇ। ਇਸੇ ਕਰਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਝਾ ਰਹੇ ਆ ਕਿ ਸਾਧ ਜਨਾ ਕੀ ਮੰਗੋ ਧੂਰ। ਐ ਪਾਤਸ਼ਾਹ, ਸਾਨੂੰ ਸਾਧੂ ਜਨਾਂ ਦੀ ਸੰਗਤ ਬਖਸ਼ਿਸ਼ ਕਰਿਓ, ਸਾਨੂੰ ਸਮਾਂ ਬਖਸ਼ਿਸ਼ ਕਰਿਓ, ਜਿੱਥੇ ਜਾ ਕੇ ਸਾਨੂੰ ਆਪਣੇ ਜੀਵਨ ਦਾ ਜਿਹੜਾ ਇਹ ਚੱਲ ਰਿਹਾ ਖੇਲ ਇਹਦੀ ਸਮਝ ਆਵੇ। ਹੁਣ ਨਾ ਸਮਝ ਹੋਣ ਕਰਕੇ ਇਨਸਾਨ ਸਾਰੀ ਜ਼ਿੰਦਗੀ ਆ ਸੰਸਾਰ ਨਾਲ ਜੁੜਿਆ ਰਹਿੰਦਾ, ਸੰਸਾਰ ਦੇ ਪਦਾਰਥ ਨਾਲ ਜੁੜਿਆ ਰਹਿੰਦਾ। ਪਰ ਜੋ ਜੀਵਨ ਦੀ ਅਸਲ ਕਹਾਣੀ ਆ, ਜਿੱਥੋਂ ਸਾਡੇ ਮਨ ਨੂੰ ਸ਼ਾਂਤੀ ਆਉਣੀ ਆ, ਜਿਹੜੇ ਕਾਰਜ ਦੇ ਨਾਲ ਉਸ ਧਨ ਦੀ ਪ੍ਰਾਪਤੀ ਹੋਣੀ ਆ, ਜਿਹਨੇ ਸਾਡਾ ਲੋਕ ਅਤੇ ਪਰਲੋਕ ਦੋਨੋਂ ਜਗ੍ਹਾ ਸਾਥ ਦੇਣਾ, ਤੇ ਇਹਨੂੰ ਵਿਸਾਰ ਦਿੰਦੇ ਆ। ਜਿਉਂ ਹੀ ਫਿਰ ਇਹਨੂੰ ਵਿਸਾਰਦੇ ਆ ਆਪਾਂ, ਤਾਂ ਪਾਤਸ਼ਾਹ ਕਹਿੰਦੇ ਗੰਦਗੀ ਦੇ ਕੀੜਿਆਂ ਵਰਗਾ ਜੀਵਨ ਹੋ ਜਾਂਦਾ ਹੈ। ਤੇ ਜਦੋਂ ਆਪਾਂ ਨੂੰ ਫਿਰ ਸਮਝ ਆਉਂਦੀ, ਫਿਰ ਆਪਾਂ ਅਰਦਾਸ ਬੇਨਤੀ ਕਰਦੇ, ਜਦੋਂ ਨਾ ਇਨਸਾਨ ਗੁਰਬਾਣੀ ਦੀ ਕਸਵੱਟੀ ਦੇ ਨਾਲ ਆਪਣੇ ਜੀਵਨ ਦੀ ਤੁਲਨਾ ਕਰਦਾ,
फिर ਇਹਦੇ ਅੰਦਰੋਂ ਇੱਕ ਆਵਾਜ਼ ਨਿਕਲਦੀ ਹੈ, ਜਿਹੜਾ ਆਪਾਂ ਹਰ ਰੋਜ਼ ਰਹਿ ਰਾਸ ਦਾ ਜਦੋਂ ਪਾਠ ਕਰਦੇ ਹਾਂ, ਜਦੋਂ ਅਸੀਂ ਗੁਰਬਾਣੀ ਗੁਰੂ ਦੇ ਗਿਆਨ ਨਾਲ ਆਪਣੇ ਜੀਵਨ ਦਾ ਲੇਖਾ ਜੋਖਾ ਕਰਦੇ ਹਾਂ, ਫਿਰ ਜਿਹੜੇ ਸਮਝਦਾਰ ਇਨਸਾਨ ਆ ਉਹਨਾਂ ਦੇ ਮਨ ਚੋਂ ਇੱਕ ਅਰਦਾਸ ਨਿਕਲਦੀ ਹੈ। ਕੀ ਬੇਨਤੀ ਹੁੰਦੀ ਕਿ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਕਾਸ਼। ਕਿ ਸੱਚੇ ਪਾਤਸ਼ਾਹ ਭੇਦ ਆ ਗਿਆ ਤੇਰੀ ਬਾਣੀ ਦੁਆਰਾ ਕਿ ਅਸੀਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤਾਂ ਗੰਦਗੀ ਦੇ ਕੀੜਿਆਂ ਵਰਗਾ ਸਾਡਾ ਜੀਵਨ ਹੈ, ਤੇ ਹੁਣ ਕਿਰਪਾ ਕਰੋ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਕਾਸ਼। ਤੂੰ ਸਾਡੇ ਇਸ ਸਰੀਰ ਰੂਪੀ ਘਰ ਦੇ ਅੰਦਰ ਆਪਣੇ ਨਾਮ ਦਾ ਪ੍ਰਗਟਾਵਾ ਕਰੋ, ਸਾਨੂੰ ਬਖਸ਼ਿਸ਼ ਕਰੋ, ਤਾਂ ਕਿ ਸਾਡਾ ਜਿਹੜਾ ਜੀਵਨ ਹੈ ਉਹ ਸੁਧਰੇ। ਹੁਣ ਇਹ ਚੀਜ਼ਾਂ ਤਾਂ ਸੰਭਵ ਨੇ ਜੇ ਆਪਾਂ ਸੰਗਤ ਦੇ ਅੰਦਰ ਆ ਕੇ ਆਪਣੇ ਜੀਵਨ ਦੀ ਕਹਾਣੀ ਨੂੰ ਸਮਝਦੇ ਹਾਂ। ਤਾਂ ਪਾਤਸ਼ਾਹ ਸਮਝਾ ਰਹੇ ਹਨ, ਸਾਧ ਜਨਾ ਕੀ ਮੰਗੋ ਧੋਰ ਪਾਰ ਬ੍ਰਹਮ ਮੇਰੀ ਸ਼ਰਧਾ ਕੋਰ। ਇਹ ਪਰਮੇਸ਼ਰ ਸਾਡੇ ਇਹ ਮਨ ਦੀ ਇੱਛਾ ਹੈ, ਸ਼ਰਧਾ ਹੈ, ਭਾਵਨਾ ਹੈ, ਇਹਦੀ ਪੂਰਤੀ ਕਰੋ। ਅੱਗੇ ਹੁਣ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ, ਕਿਉਂ ਸੰਗਤ ਨੂੰ ਏਡੀ ਵੱਡੀ ਵਡਿਆਈ ਬਖਸ਼ੀ ਗਈ ਹੈ, ਕਿਉਂ ਗੁਰਬਾਣੀ ਦੇ ਅੰਦਰ ਸਾਧੂ ਜਨਾਂ ਦਾ, ਭਗਤ ਜਨਾਂ ਦਾ, ਗੁਰਮੁਖ ਜਨਾਂ ਦਾ, ਗੁਰੂ ਕੇ ਸਿੱਖਾਂ ਦਾ, ਗੁਰ ਸਿੱਖਾਂ ਕੀ ਹਮ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਪਾਤਸ਼ਾਹ ਨੇ ਏਡਾ ਸਤਿਕਾਰ ਕੀਤਾ ਕਿ ਜਿਹੜੇ ਗੁਰੂ ਦੀ ਸਿੱਖਿਆ ਲੈ ਕੇ ਸਿਖਿਆਰਥੀ ਜੀ ਬਣ ਜਾਂਦੇ ਆ, ਉਹਨਾਂ ਦੀ ਚਰਨ ਧੂੜੀ ਦੀ ਗੱਲ ਕੀਤੀ ਗਈ। ਗੁਰ ਸਿੱਖਾਂ ਕੀ ਹਮ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਕਿ ਅਸੀਂ ਪਾਪੀ ਲੋਕ ਵੀ ਆਪਣੇ ਜੀਵਨ ਦੀ ਗਤੀ ਨੂੰ ਪ੍ਰਾਪਤ ਕਰ ਜਾਈਏ। ਕੀ ਫਿਰ ਮਿਲਦਾ ਸੰਗਤ ਦੀ ਕਿਉਂ ਏਡੀ ਵਡਿਆਈ? ਤਾਂ ਪਾਤਸ਼ਾਹ ਹੁਣ ਅੱਗੇ ਸਮਝਾ ਰਹੇ ਆ, ਉੱਥੋਂ ਸਾਨੂੰ ਵੀ ਗਿਆਨ ਮਿਲਦਾ ਕਿ ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮਹੇ ਧਿਆਵੋ। ਕਿ ਸੰਗਤ ਤੋਂ ਬਗੈਰ ਸਾਨੂੰ ਭੇਦ ਹੀ ਨਹੀਂ ਆਉਂਦਾ ਕਿ ਅਸੀਂ ਗੁਣ ਕਿਹਦੇ ਗਾਉਣੇ ਆ। ਅਗਿਆਨਤਾ ਵਸੰਤਾਨ, ਜਾਂ ਤਾਂ ਆਪਣੇ ਗੁਣ ਗਾਈ ਜਾਂਦਾ, ਜਾਂ ਫਿਰ ਜਿਹਦੇ ਨਾਲ ਸਾਡਾ ਪਿਆਰ ਹੁੰਦਾ ਉਹਦੇ ਅਸੀਂ ਗੁਣ ਗਾਈ ਜਾਂਦੇ ਹਾਂ। ਕਿਉਂਕਿ ਸਾਡੇ ਜੀਵਨ ਦਾ ਇੱਕ ਹਕੀਕਤ ਹੈ, ਜਿਉਂ ਹੀ ਅਸੀਂ ਆਪਣੀ ਦੁਨੀਆ ਦੀ ਕਿਰਤ ਤੋਂ ਵਿਹਲੇ ਹੁੰਦੇ, ਜਿਹਦੇ ਨਾਲ ਸਾਡਾ ਪਿਆਰ ਅਸੀਂ ਉਹਦੇ ਗੁਣਾਂ ਦਾ ਗਹਿਨ ਕਰਦੇ ਹਾਂ। ਜਿਹਦੇ ਨਾਲ ਸਾਡਾ ਵਿਚਾਰਾਂ ਦਾ ਕਿਸੇ ਗੱਲ ਤੋਂ ਟਕਰਾਓ ਆ ਤੇ ਉਹਦੀ ਅਸੀਂ ਨਿੰਦਿਆ ਕਰੀ ਜਾਂਦੇ ਹਾਂ। ਬਸ ਇਹੀ ਸਾਡੇ ਜੀਵਨ ਦੀ ਕਹਾਣੀ ਚੱਲੀ ਜਾਂਦੀ ਹੈ। ਉਹ ਚਾਹੇ ਸੰਸਾਰ ਦੀ ਗੱਲ ਲੈ ਲਓ ਜਾਂ ਆਪਣੇ ਪਰਿਵਾਰ ਦੀ ਗੱਲ ਲੈ ਲਓ, ਰਿਸ਼ਤੇਦਾਰਾਂ ਦੀ ਗੱਲ ਲੈ ਲਓ। ਹੁਣ ਆਪਾਂ ਥੋੜ੍ਹੀ ਥੋੜ੍ਹੀ ਗੱਲ ਤੇ ਆਪਾਂ ਨੂੰ ਸਮਝ ਆਉਣੀ ਸ਼ੁਰੂ ਹੋ ਜਾਏਗੀ। ਆਪਾਂ ਰਿਸ਼ਤੇਦਾਰੀਆਂ 'ਚ ਇਕੱਠੇ ਹੁੰਦੇ ਹਾਂ, ਦੋਸਤਾਂ ਮਿੱਤਰਾਂ ਦੇ ਨਾਲ ਇਕੱਠੇ ਹੁੰਦੇ ਹਾਂ, ਉੱਥੇ ਗੱਲਾਂ ਕੀ ਚੱਲਦੀਆਂ ਹੁੰਦੀਆਂ? ਜਾਂ ਤਾਂ ਕਿਸੇ ਦੀ ਉਸਤਤ ਹੋ ਰਹੀ ਹੁੰਦੀ ਆ ਤੇ ਜਾਂ ਕਿਸੇ ਦੀ ਨਿੰਦਿਆ ਹੋ ਰਹੀ ਹੁੰਦੀ ਹੈ। ਤਾਂ ਪਾਤਸ਼ਾਹ ਨੇ ਫਿਰ ਸਾਨੂੰ ਸਮਝਾਇਆ ਕਿ ਭਾਈ ਤੁਸੀਂ ਸੰਗਤ ਦੇ ਅੰਦਰ ਆ ਕੇ ਸਿੱਖਣਾ ਕੀ ਹੈ, ਕਿ ਤੁਸੀਂ ਗੁਣ ਕਿਹਦੇ ਗਾਉਣੇ ਹੋ, ਤੇ ਤੁਸੀਂ ਆਪਣੇ ਮਾਲਕ ਦੇ ਗੁਣ ਗਾ ਕੇ ਆਪਣੇ ਮਨ ਦੀ ਮੈਲ ਉਤਾਰਨੀ ਹੁੰਦੀ ਹੈ। ਗੁਣ ਗਾਵਤ ਤੇਰੀ ਉਤਰ ਸਮੈਲ। ਜਦੋਂ ਫਿਰ ਅਸੀਂ ਸੰਗਤ ਦੇ ਅੰਦਰ ਆ ਕੇ ਇਹ ਸੋਝੀ ਪ੍ਰਾਪਤ ਕਰ ਲੈਂਦੇ ਹਾਂ, ਤਾਂ ਪਾਤਸ਼ਾਹ ਸਮਝਾ ਰਹੇ ਹਨ, ਸਦਾ ਸਦਾ ਪ੍ਰਭ ਕੇ ਗੁਣ ਗਾਵੋ। ਸੱਚੇ ਪਾਤਸ਼ਾਹ ਇੱਕ ਕਿਰਪਾ ਕਰੋ, ਸਾਸ ਸਾਸ ਪ੍ਰਭ ਤੁਮਹੇ ਧਿਆਵੋ। ਸਾਡੇ ਤੇ ਇਹ ਦਇਆ ਕਰੋ ਕਿ ਅਸੀਂ ਸਵਾਸ ਸਵਾਸ ਤੁਹਾਡੇ ਨਾਮ ਨੂੰ ਧਿਆਉਂਦੇ ਰਹੀਏ।
ਤੁਹਾਡੇ ਨਾਮ ਨੂੰ ਆਪਣੇ ਧਿਆਨ ਦੇ ਅੰਦਰ ਵਸਾ ਲਈਏ, ਕਿਉਂਕਿ ਧਿਆਨ ਦੀ ਸਾਰੀ ਖੇਡ ਸਾਡੀ ਜਿਹੜੀ ਸੁਰਤ ਆ ਇਹਦਾ ਖਿਲਾਰਾ ਬਹੁਤ ਪੈ ਚੁੱਕਿਆ। ਇੰਨਾ ਖਿਲਾਰਾ ਸਾਨੂੰ ਕਈ ਵਾਰ ਯਤਨ ਕਰਨ ਦੇ ਬਾਵਜੂਦ ਵੀ ਆਪਣੇ ਮਾਲਕ ਦਾ ਜਿਹੜਾ ਨਾਮ ਆ ਉਹ ਸਾਡੇ ਧਿਆਨ 'ਚ ਨਹੀਂ ਆਉਂਦਾ। ਕਿਉਂ? ਧਿਆਨ ਤਾਂ ਸਾਰਾ ਸੰਸਾਰ ਦੇ ਨਾਲ ਜੁੜਿਆ ਹੋਇਆ। ਸਵੇਰੇ ਜਾਗਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਅਸੀਂ ਆ ਸੰਸਾਰ ਨੂੰ ਆਪਣੇ ਧਿਆਨ ਦੇ ਅੰਦਰ ਪੱਕਾ ਕੀਤਾ ਹੋਇਆ, ਤੇ ਇਹੀ ਧਿਆਨ ਫਿਰ ਵਾਰ-ਵਾਰ ਸਾਡਾ ਜੰਮਣ ਔਰ ਮਰਨ ਦਾ ਜਿਹੜਾ ਚੱਕਰ ਹੈ ਇਹਦੇ ਅੰਦਰ ਸਾਨੂੰ ਪਾ ਕੇ ਰੱਖਦਾ। ਕਿਉਂਕਿ ਜਿਹੜੀ ਚੀਜ਼ ਦੇ ਨਾਲ ਅਸੀਂ ਪਿਆਰ ਪਾ ਲੈਂਦੇ ਹਾਂ ਉਹੀ ਫਿਰ ਸਾਨੂੰ ਕਾਇਆਂ ਦਾ ਕੱਪੜ ਮਿਲ ਜਾਂਦਾ। ਇਸੇ ਕਰਕੇ ਪਾਤਸ਼ਾਹ ਸਾਨੂੰ ਗੁਰਬਾਣੀ ਦੇ ਅੰਦਰ ਸਮਝਾ ਰਹੇ ਆ ਕਿ ਧਿਆਨ ਧਰੋ ਤਿਹ ਕੋ ਮਨ ਮੈਂ, ਜਿਹ ਕੋ ਅਮਤੋਜ ਸਭੇ ਜਗ ਛਾਇਓ। ਕਿ ਤੁਸੀਂ ਆਪਣੇ ਧਿਆਨ ਦੇ ਅੰਦਰ ਉਸ ਮਾਲਕ ਪ੍ਰਮਾਤਮਾ ਦੇ ਨਾਮ ਨੂੰ ਵਸਾਓ, ਤਾਂ ਕਿ ਤੁਹਾਡਾ ਜਦੋਂ ਇਹ ਸਮਾਪਤ ਜ਼ਿੰਦਗੀ ਦਾ ਖੇਡ ਹੋਣਾ ਤੁਸੀਂ ਉਸ ਮਾਲਕ ਦੇ ਅੰਦਰ ਹੀ ਲੀਨ ਹੋ ਜਾਓ, ਤੁਹਾਡਾ ਇਹ ਜੰਮਣ ਮਰਨ ਦਾ ਚੱਕਰ ਸਮਾਪਤ ਹੋ ਜਾਏ। ਜਦੋਂ ਤੁਸੀਂ ਸੰਸਾਰ ਦੀ ਕਿਰਤ ਤੋਂ ਵਿਹਲੇ ਹੁੰਦੇ ਹੋ, ਜੇ ਤੁਹਾਡਾ ਧਿਆਨ ਪਰਮੇਸ਼ਵਰ ਦੇ ਨਾਮ ਦੇ ਨਾਲ ਪੱਕਾ ਕੀਤਾ ਹੋਇਆ ਤਾਂ ਤੁਸੀਂ ਆ ਦੁਨੀਆ ਦੀਆਂ ਨਿੰਦਿਆ ਚੁਗਲੀਆਂ ਤੋਂ ਬਚ ਕੇ ਜਿਹੜੇ ਕਰਮ ਦੇ ਨਾਲ ਤੁਹਾਡੇ ਮਨ ਨੂੰ ਤਾਂ ਅੱਗੇ ਹੀ ਪਾਤਸ਼ਾਹ ਕਹਿੰਦੇ ਬਹੁਤ ਮੈਲ ਲੱਗੀ ਹੋਈ ਹੈ, ਤੁਸੀਂ ਹੋਰ ਮੈਲ ਚੜਾ ਲੈਂਦੇ ਹੋ। ਇਸੇ ਕਰਕੇ ਪਾਤਸ਼ਾਹ ਨੇ ਸਾਨੂੰ ਥੋੜੇ ਜਿਹੇ ਕਈ ਸਖਤ ਸ਼ਬਦਾਂ ਦੇ ਅੰਦਰ ਸਮਝਾਉਣ ਦਾ ਯਤਨ ਕੀਤਾ। ਮਹਾਰਾਜ ਕਹਿੰਦੇ ਇਨਸਾਨ ਧਰਮ ਦੇ ਰਸਤੇ ਚੱਲ ਕੇ ਸੇਵਾ ਕਰਦੇ ਆ, ਕਈ ਵਾਰ ਸੇਵਾ ਉਹਨਾਂ ਦੀ ਪ੍ਰਵਾਨ ਨਹੀਂ ਹੁੰਦੀ। ਕਦੋਂ ਨਹੀਂ ਪ੍ਰਵਾਨ ਹੁੰਦੀ? ਜਦੋਂ ਅਸੀਂ ਗੁਰੂ ਦੀ ਮੱਤ ਲੈ ਕੇ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਨਹੀਂ ਪਾਉਂਦੇ। ਕੀ ਪਾਤਸ਼ਾਹ ਸਾਨੂੰ ਸਮਝਾ ਰਹੇ ਆ? ਕਹਿੰਦੇ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਜੇ ਇਹ ਚੀਜ਼ਾਂ ਸਾਡੇ ਮਨ ਤੋਂ ਦੂਰ ਨਹੀਂ ਹੋਈਆਂ ਤਾਂ ਪਾਤਸ਼ਾਹ ਕਹਿੰਦੇ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੀਤੀ ਹੋਈ ਜਿਹੜੀ ਸੇਵਾ ਉਹ ਨਿਸਫਲ ਹੋ ਜਾਊਗੀ। ਤੇ ਫਿਰ ਸਾਡੀ ਸੇਵਾ ਪ੍ਰਵਾਨ ਕਿਹੜੀ ਆ? ਉਹ ਵੀ ਗੁਰਬਾਣੀ ਦੇ ਅੰਦਰ ਪਾਤਸ਼ਾਹ ਨੇ ਸਾਨੂੰ ਸਮਝਾਤਾ ਕਿ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਕਿ ਜਦੋਂ ਤੁਹਾਡਾ ਧਿਆਨ ਸੇਵਾ ਕਰਦਿਆਂ ਹੋਇਆ ਉਸ ਪਰਮਾਤਮਾ ਦੇ ਨਾਲ ਜੁੜਨਾ ਸ਼ੁਰੂ ਹੋ ਗਿਆ। ਇਸੇ ਕਰਕੇ ਆਪਾਂ ਯਤਨ ਕਰਨਾ ਹੁੰਦਾ, ਜਦੋਂ ਵੀ ਆਪਾਂ ਕੋਈ ਸੇਵਾ ਕਰਦੇ ਹਾਂ ਹੱਥਾਂ ਪੈਰਾਂ ਦੇ ਨਾਲ ਸਾਡਾ ਸੇਵਾ ਹੋ ਰਹੀ ਹੋਵੇ ਤੇ ਜਿਹੜਾ ਸਾਡਾ ਮਨ ਹੈ ਉਹ ਰਸਨਾ ਦੇ ਨਾਲ ਪਰਮਾਤਮਾ ਦਾ ਭਜਨ ਕਰ ਰਿਹਾ ਹੋਵੇ। ਇਹ ਹੌਲੀ ਹੌਲੀ ਜਦੋਂ ਸਾਡੇ ਜੀਵਨ ਦੇ ਅੰਦਰ ਇਹ ਸੋਝੀ ਆ ਗਈ, ਫਿਰ ਸੇਵਾ ਕਰਦੇ ਅਸੀਂ ਰੌਲਾ ਨਹੀਂ ਪਾਵਾਂਗੇ, ਫਿਰ ਅਸੀਂ ਸੇਵਾ ਕਰਦੇ ਹਉਮੈ ਦਾ ਸ਼ਿਕਾਰ ਨਹੀਂ ਹੋਵਾਂਗੇ, ਫਿਰ ਅਸੀਂ ਹੱਥਾਂ ਪੈਰਾਂ ਦੇ ਨਾਲ ਸੇਵਾ ਕਰਦੇ ਹੋਏ ਨਾਲ ਦੀ ਨਾਲ ਮੁਖ ਦੇ ਅੰਦਰੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਵੇਗੀ। ਜਿਹੜੇ ਇਨਸਾਨਾਂ ਨੇ ਫਿਰ ਇਹ ਜ਼ਿੰਦਗੀ ਦੀ ਬਾਜੀ ਨੂੰ ਸਮਝ ਲਿਆ, ਜ਼ਿੰਦਗੀ ਦੀ ਖੇਡ ਨੂੰ, ਤੇ ਉਹਨਾਂ ਦੇ ਅੰਦਰ ਫਿਰ ਸੇਵਾ ਕਰਦਿਆਂ ਕਰਦਿਆਂ ਐਸੀ ਅਵਸਥਾ ਮਾਲਕ ਬਖਸ਼ਿਸ਼ ਕਰ ਦਿੰਦੇ ਆ ਕਿ ਜਿਹੜੇ ਕਰਮਾਂ ਦੇ ਨਾਲ ਸਾਡੀ ਸੇਵਾ ਨਿਸਫਲ ਹੋਣੀ ਸੀ ਉਹਨਾਂ ਚੀਜ਼ਾਂ ਨੂੰ ਸਾਡੇ ਮਨ ਤੋਂ ਦੂਰ ਕਰ ਦਿੰਦੇ ਆ। ਜਿਉਂ ਹੀ ਇਹ ਚੀਜ਼ਾਂ ਵਾਹਿਗੁਰੂ ਨੇ ਸਾਡੇ ਮਨ ਤੋਂ ਦੂਰ ਕੀਤੀਆਂ, ਫੇਰ ਸਾਡਾ ਚਿੱਤ ਲੱਗ ਜਾਂਦਾ ਸੇਵਾ ਦੇ ਅੰਦਰ। ਤੇ ਪਾਤਸ਼ਾਹ ਫਿਰ ਸੋਝੀ ਬਖਸ਼ਿਸ਼ ਕਰ ਰਹੇ ਆ ਕਿ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਤਾਂ ਪਾਤਸ਼ਾਹ ਇੱਥੇ ਸਮਝਾ ਰਹੇ ਆ ਸਦਾ ਸਦਾ ਪ੍ਰਭ ਕੀ ਗੁਣ ਗਾਵੋ,
ਸਾਥ ਸਾਥ ਪ੍ਰਭ ਤੁਮਹੇ ਤੇ ਆਵੋ। ਸੱਚੇ ਪਾਤਸ਼ਾਹ ਕਿਰਪਾ ਕਰੋ, ਅਸੀਂ ਤੇਰੇ ਗੁਣ ਗਾਉਂਦੇ ਰਹੀਏ ਤੇ ਸਾਥ ਸਾਥ ਤੁਹਾਡਾ ਸਿਮਰਨ ਕਰਦੇ ਰਹੀਏ। ਕਿਉਂਕਿ ਇਹ ਕਰਨ ਦੇ ਨਾਲ ਕੀ ਹੋਣਾ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰਉ ਪ੍ਰਭ ਕੀ ਨਿਤ ਨੀਤ। ਜਿਉਂ ਹੀ ਅਸੀਂ ਫਿਰ ਸਾਸ ਗਰਾਸ ਵਿਧੀ ਦੁਆਰਾ ਅਭਿਆਸ ਕਰਦੇ ਹਾਂ, ਪਰਮੇਸ਼ਰ ਦਾ ਭਜਨ ਬੰਦਗੀ ਸਿਮਰਨ ਕਰਦੇ ਹਾਂ, ਹੌਲੀ ਹੌਲੀ ਫਿਰ ਸਾਡਾ ਜਿਹੜਾ ਮਨ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਕਮਲਾਂ ਨਾਲ ਜੁੜਨਾ ਸ਼ੁਰੂ ਹੁੰਦਾ। ਉਹ ਆਪਾਂ ਬਹੁਤ ਵਾਰ ਵਿਚਾਰ ਕਰ ਚੁੱਕੇ ਹਾਂ ਕਿ ਅਕਾਲ ਪੁਰਖ ਦੇ ਚਰਨ, ਉਹਦੇ ਮੁਖ ਚੋਂ ਚੱਲ ਰਹੀ ਆਵਾਜ਼, ਜਿਉਂ ਹੀ ਸਾਡਾ ਮਨ ਸਹਿਜ ਅਵਸਥਾ ਦੇ ਅੰਦਰ ਜਾਂਦਾ, ਸਾਡੇ ਅੰਦਰ ਉਹ ਮਾਲਕ ਦਾ ਨਾਮ ਪ੍ਰਗਟ ਹੋ ਜਾਂਦਾ, ਜਿਹਨੂੰ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਗੁਪਤਾ ਨਾਮ ਪ੍ਰਗਟੈ ਵਿੱਚ ਕਲਯੁਗ, ਘਟ ਘਟ ਹਰ ਭਰਪੂਰ ਰਹਿਆ, ਨਾਮ ਰਤਨ ਤਿਨਾ ਜਿਨ ਹਿਰਦੇ ਪ੍ਰਗਟਿਆ, ਜੋ ਗੁਰ ਸ਼ਰਨ ਆਈ ਭਜ ਪਿਆ। ਜਿਹੜੇ ਫਿਰ ਗੁਰੂ ਦੀ ਸ਼ਰਨ ਦੇ ਅੰਦਰ ਆਉਂਦੇ, ਉਹਨਾਂ ਦੇ ਅੰਦਰ ਇਹ ਮਾਲਕ ਦਾ ਨਾਮ ਰਤਨ ਪ੍ਰਗਟ ਹੋ ਜਾਂਦਾ। ਫਿਰ ਸਾਡਾ ਜਿਹੜਾ ਮਨ ਹੈ ਉਸ ਮਾਲਕ ਦੇ ਨਾਮ ਨੂੰ ਸੁਣਨਾ ਸ਼ੁਰੂ ਕਰ ਦਿੰਦਾ। ਪਹਿਲਾਂ ਸਾਡੀ ਬੋਲ ਬੋਲ ਕੇ ਭਗਤੀ ਆ, ਫਿਰ ਅਸੀਂ ਉਹਨੂੰ ਸੁਣ ਸੁਣ ਕੇ ਮਾਲਕ ਦੇ ਚਰਨਾਂ ਦੇ ਨਾਲ ਸਾਡੀ ਸੁਰਤ, ਸਾਡਾ ਮਨ ਜੁੜਨਾ ਸ਼ੁਰੂ ਹੋ ਜਾਂਦਾ। ਤਾਂ ਪਾਤਸ਼ਾਹ ਸਮਝਾ ਰਹੇ ਆ, ਸਾਸ ਸਾਸ ਪ੍ਰਭ ਤੁਮਹੇ ਧਿਆਵ, ਚਰਨ ਕਮਲ ਸਿਉ ਲਾਗੈ ਪ੍ਰੀਤ। ਫਿਰ ਸਾਡੀ ਮਾਲਕ ਦੇ ਚਰਨਾਂ ਦੇ ਨਾਲ ਐਸੀ ਪ੍ਰੀਤ ਬਣ ਜੇ, ਅਸੀਂ ਸੰਸਾਰ ਦੇ ਕਰਮ ਵੀ ਕਰੀ ਚੱਲੀਏ ਤੇ ਸਾਡਾ ਮਨ ਮਾਲਕ ਦੇ ਨਾਮ ਨਾਲ, ਉਹਦੇ ਚਰਨਾਂ ਨਾਲ ਵੀ ਜੁੜਿਆ ਰਹੇ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਭਗਤ ਕਰਹੁ ਪ੍ਰਭ ਕੀ ਨਿਤ ਨੀਤ। ਕਿ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਕੋਈ ਇੱਕ ਦਿਨ ਨਹੀਂ, 2 ਦਿਨ ਨਹੀਂ, ਮਹੀਨਾ ਨਹੀਂ, ਸਾਲ ਨਹੀਂ, 6 ਮਹੀਨੇ ਨਹੀਂ, ਨਿਤਾ ਪ੍ਰਤੀ ਜਿਉਂ ਹੀ ਅਸੀਂ ਆ ਸੰਸਾਰ ਦੇ ਅੰਦਰ ਚੱਲ ਰਿਹਾ, ਸਾਨੂੰ ਸਵਾਸਾਂ ਦਾ ਸਾਡੀ ਪੂੰਜੀ ਆ, ਨਿਤਾ ਪ੍ਰਤੀ ਜਿਵੇਂ ਆਪਾਂ ਹਰ ਰੋਜ਼ ਭੋਜਨ ਜ਼ਰੂਰੀ ਖਾਣਾ, ਕਿਰਤ ਕਰਦੇ ਹਾਂ, ਸਰੀਰ ਦੀ ਸਫਾਈ ਕਰਦੇ ਹਾਂ, ਇਸੇ ਤਰ੍ਹਾਂ ਸਾਡਾ ਇਹ ਕਰਮ ਕਿ ਨਿਤਾ ਪ੍ਰਤੀ ਸਾਡੇ ਮਨ ਨੂੰ ਮੈਲ ਲੱਗਦੀ ਹੈ। ਕਿਤੇ ਨੇਤਰਾਂ ਰਾਹੀਂ ਵੇਖ ਵੇਖ ਕੇ ਮਾੜਾ ਮੈਲ ਲੱਗ ਰਹੀ ਹੈ, ਕੰਨਾਂ ਦੁਆਰਾ ਮਾੜਾ ਸੁਣਦੇ ਹਾਂ ਮੈਲ ਲੱਗ ਰਹੀ ਹੈ, ਰਸਨਾ ਦੁਆਰਾ ਮਾੜਾ ਬੋਲਦੇ ਹਾਂ ਤੇ ਮੈਲ ਲੱਗ ਰਹੀ ਹੈ। ਜੇ ਹਰ ਰੋਜ਼ ਲੱਗੀ ਹੋਈ ਮੈਲ ਨੂੰ ਅਸੀਂ ਧੋਂਦੇ ਰਹਿੰਦੇ ਤਾਂ ਸਾਡਾ ਫਿਰ ਸੌਖਾ ਰਹਿੰਦਾ ਕੰਮ। ਇਸੇ ਕਰਕੇ ਪਾਤਸ਼ਾਹ ਨੇ ਸਾਨੂੰ ਇਹ ਗਿਆਨ ਦਿੱਤਾ ਕਿ ਸੱਚੇ ਪਾਤਸ਼ਾਹ ਕਹਿੰਦੇ, ਐਸੀ ਕਿਰਪਾ ਕਰੋ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ। ਇੱਕ ਸੱਚੇ ਪਾਤਸ਼ਾਹ ਮਨ ਨੂੰ ਇਹ ਗਿਆਨ ਬਖਸ਼ਿਸ਼ ਕਰ ਦਿਓ, ਕਿਹੜਾ, ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਕਿ ਸਾਡੇ ਤੇ ਬਖਸ਼ਿਸ਼ ਕਰ ਦਿਓ, ਸਾਨੂੰ ਤੇਰੀ ਹੀ ਓਟ ਹੋਵੇ, ਅਸੀਂ ਤੇਰਾ ਹੀ ਆਸਰਾ ਚੱਕੀਏ ਤੇ ਸਾਡੇ ਮਨ ਨੂੰ ਤੇਰਾ ਹੀ ਆਧਾਰ ਹੋਵੇ। ਜਿਨ੍ਹਾਂ ਨੇ ਫਿਰ ਪਰਮੇਸ਼ਰ ਦੇ ਨਾਮ ਦਾ ਆਧਾਰ ਬਣਾਇਆ, ਜਿਨ੍ਹਾਂ ਨੇ ਆਪਣੇ ਮਨ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਿਆ, ਆਪਾਂ ਰੋਜ਼ ਪੜ੍ਹਦੇ ਹਾਂ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹੁ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣਹੁ ਸੰਤੋ, ਸ਼ਬਦ ਕਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਪਾਤਸ਼ਾਹ ਸਮਝਾ ਰਹੇ ਆ ਕਿ ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਕਿ ਸਾਰਿਆਂ ਤੋਂ ਸ੍ਰੇਸ਼ਟ ਵਸਤੂ ਹੈ ਜਿਹੜੀ, ਉਹ ਪਰਮੇਸ਼ਰ ਦੇ ਨਾਮ ਦੀ ਅਸੀਂ ਮੰਗ ਕਰਦੇ ਹਾਂ।
ਇਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਜ 20ਵੀਂ ਅਸ਼ਟਪਦੀ ਦੇ ਪਹਿਲੇ ਪਦੇ ਦੇ ਅੰਦਰ ਸਾਨੂੰ ਉਹਨਾਂ ਨੇ ਗਿਆਨ ਦਿੱਤਾ ਕਿ ਫਿਰਤ ਫਿਰਤ ਪ੍ਰਭ ਆਇਆ, ਭਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਨਾਮ, ਕਰ ਕਿਰਪਾ ਦੇ ਬਹੁ ਹਰ ਨਾਮ, ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮਹਿ ਧਿਆਵੋ। ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰਉ ਪ੍ਰਭ ਕੀ ਨਿਤ ਨੀਤ। ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਤੇ ਆਪਾਂ ਵੀ ਕੋਸ਼ਿਸ਼ ਕਰਨੀ ਹੁੰਦੀ ਆ ਸਤਿਗੁਰੂ ਦੇ ਦਰ ਤੇ ਆ ਕੇ ਅਰਦਾਸ ਕਿ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹੋ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਆਓ ਫਿਰ ਬਾਕੀ ਦਾ ਸਮਾਂ ਹੁਣ ਆਪਾਂ ਪਾਤਸ਼ਾਹ ਦਾ ਭਜਨ ਕਰੀਏ। ਗੁਰਮੰਤਰ ਦਾ ਅਭਿਆਸ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ।